सत श्री अकाल, नमस्ते, आदाब। हरजीत अटवाल ਵੱਲੋਂ ਲਿਖਿਆ ਨਾਵਲ ਅਕਾਲ ਸਹਾਇ ਦਾ ਚੈਪਟਰ ਨੰਬਰ 2 ਆਪਣੇ ਪਾਠਕਾਂ ਵਾਸਤੇ ਆਡੀਓ ਦੇ ਰੂਪ ਵਿੱਚ ਸ਼ੁਰੂ ਕਰ ਰਹੇ ਹਾਂ। ਸਿਰਲੇਖ ਹਵਾ ਚੱਲਣੀ ਇੱਕਦਮ ਬੰਦ ਹੋ ਗਈ। ਇੱਕਦਮ ਹੁੰਮ ਫੈਲ ਗਿਆ। ਸਮਝਣ ਵਾਲੇ ਸਮਝ ਗਏ ਕਿ ਇਹ ਕਿਸੇ ਤੂਫਾਨ ਤੋਂ ਪਹਿਲਾਂ ਵਾਲਾ ਹੁੰਮ ਹੈ। ਫਿਰ ਰਾਵੀ ਵੱਲੋਂ ਹਵਾ ਦਾ ਬੁੱਲਾ ਸ਼ਾਹੀ ਕਿਲੇ ਵੱਲ ਨੂੰ ਰੁਮਕਿਆ, ਪਰ ਇਹ ਬੁੱਲਾ ਗਰਮ ਸੀ। ਜਾਣੀ ਜਾਣ ਇਹ ਵੀ ਜਾਣ ਗਏ ਕਿ ਕੋਈ ਕਾਲੀ ਹਨੇਰੀ ਆ ਰਹੀ ਹੈ। ਬਰਸਾਤ ਦੀ ਉਡੀਕ ਵੀ ਸੀ। 15 ਹਾੜ ਵੀ ਤਾਂ ਦਰ ਤੇ ਆਇਆ ਖੜਾ ਸੀ। ਹਵਾ ਤੇਜ਼ ਹੋਈ, ਹਨੇਰੀ ਬਣ ਗਈ। ਨਾਲ ਹੀ ਜ਼ੋਰਦਾਰ ਮੀਂਹ ਵੀ ਉਤਰ ਆਇਆ। ਇੱਥੇ ਕੁਦਰਤ ਫਰਕ ਕਰਦੀ ਰਹੀ ਕਿ ਇਹ ਹਨੇਰੀ ਕਮਜ਼ੋਰ ਛੱਤਾਂ ਉਡਾਉਂਦੀ ਰਹੀ ਤੇ ਮਜ਼ਬੂਤ ਛੱਤਾਂ ਹਨੇਰੀ ਨੂੰ ਮਜ਼ਾਕ ਕਰਦੀਆਂ ਰਹੀਆਂ। ਕੁਝ ਵੀ ਹੋਵੇ, ਮੈਲ ਹਨੇਰੀ ਮੂਰੇ ਢਾਲ ਨਹੀਂ ਬਣ ਸਕੇ। ਹਨੇਰੀ ਦਾ ਇੱਕ ਛੋਟਾ ਜਿਹਾ ਟੋਟਾ ਮਹਿਲ ਦੇ ਅੰਦਰ ਵੜਿਆ ਤੇ ਸਾਰੇ ਪੰਜਾਬ ਦੀ ਛੱਤ ਉਡਾ ਕੇ ਲੈ ਗਿਆ। ਬਾਕੀ ਪਿੱਛੇ ਬਚਿਆ ਇੱਕ ਟੁੱਟਾ ਜਿਹਾ ਬਿਰਧ ਜਿਹਾ ਪਿੰਜਰ, ਜਿਸ ਨੂੰ ਜਲਦੀ ਨਾਲ ਸ਼ਾਹੀ ਪਲੰਗ ਤੋਂ ਲਾ ਕੇ ਹੇਠਾਂ ਜ਼ਮੀਨ ਤੇ ਲਿਟਾ ਦਿੱਤਾ ਜਾਣਾ ਸੀ। ਹੁਣ ਇਹ ਕੋਈ ਪੰਜਾਬ ਦੀ ਸਰਕਾਰ ਨਹੀਂ ਸੀ ਜਿਸ ਨੂੰ ਲੱਖਾਂ ਲੋਕਾਂ ਨੇ ਸਲਾਮਾਂ ਕਰਨੀਆਂ ਸਨ। ਹੁਣ ਇਹ ਮਿੱਟੀ ਦੀ ਢੇਰੀ ਸੀ ਜਿਸ ਨੂੰ ਜਲਦੀ ਹੀ ਲੱਕੜਾਂ ਦੇ ਹਵਾਲੇ ਕਰ ਦਿੱਤਾ ਜਾਣਾ ਸੀ। ਕੁਦਰਤ ਦਾ ਇਹੋ ਅਸੂਲ ਸੀ ਕਿ ਇਸ ਮਿੱਟੀ ਨੇ ਕੁਝ ਘੜੀਆਂ ਵਿੱਚ ਹੀ ਮੁਸ਼ਕ ਜਾਣਾ ਏ ਤੇ ਇਸ ਵਿੱਚ ਕੀੜੇ ਵੀ ਚੱਲਣ ਲੱਗ ਸਕਦੇ ਹਨ। ਇਸ ਲਈ ਜਿੰਨੀ ਜਲਦੀ ਹੋਵੇ ਇਸ ਨੂੰ ਅੱਗ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਸਰਕਾਰ ਨੂੰ ਮਿੱਟੀ ਦੀ ਢੇਰੀ ਬਣਨ ਤੋਂ ਰੋਕਣ ਲਈ ਕਿੰਨੇ ਹੀ ਯੱਗ ਕਰਾਏ ਗਏ। ਪੰਡਤਾਂ ਨੇ ਸ਼ਲੋਕ ਪੜ੍ਹੇ, ਮੌਲਵੀਆਂ ਨੇ ਕੁਰਾਨ ਦੀਆਂ ਆਇਤਾਂ ਤੇ ਭਾਈਆਂ ਨੇ ਸ਼ਬਦ ਪੜ੍ਹੇ। ਸੋਨੇ ਦਾ, ਸਿੱਕਿਆਂ ਦਾ ਤੇ ਹੋਰ ਪਤਾ ਨਹੀਂ ਕਿਸ ਦਾ ਬੇਹਿਸਾਬਾ ਦਾਨ ਕੀਤਾ ਗਿਆ। ਕੁਦਰਤ ਤੱਕ ਅਜਿਹਾ ਕੁਝ ਵੀ ਨਹੀਂ ਪੁੱਜਿਆ ਤੇ ਨਾ ਹੀ ਪੁੱਜੇ ਸੁਮਨ ਬੁਰਜ ਵਿੱਚ ਬੈਠੀ ਜਿੰਦਾ ਦੇ ਹੰਝੂ, ਨਾ ਹੀ ਦੁੱਲਾ ਜੀ ਦੇ ਮਾਸੂਮ ਚਿਹਰੇ ਦੀ ਝਲਕ। ਕੁਦਰਤ ਚੁੱਪਚਾਪ ਆਪਣਾ ਕੰਮ ਕਰ ਗਈ। ਹੁਣੇ ਜਦ ਇਸ ਮਿੱਟੀ ਦੀ ਢੇਰੀ ਵਿੱਚ ਹਵਾ ਸੀ ਤਾਂ ਸਾਰੇ ਇਸ ਮੋਰੇ ਸਿਰ ਝੁਕਾਉਂਦੇ ਸਨ ਤੇ ਹੁਣ ਅਜਿਹਾ ਕੁਝ ਨਹੀਂ ਹੋਵੇਗਾ। ਹੋ ਸਕਦਾ ਹੈ ਕੁਝ ਅੱਖਾਂ ਲਾਹੌਰ ਦੇ ਮੋੜਾਂ ਤੇ ਖੜ ਕੇ ਕੁਝ ਦੇਰ ਲਈ ਰੋ ਲੈਣ। ਜੋ ਗਵਾਇਆ ਹੈ ਜਾਂ ਮੁੜ ਕੇ ਨਹੀਂ ਮਿਲ ਸਕਣਾ, ਉਸ ਦਾ ਗਮ ਸਾਂਝਾ ਕਰ ਲੈਣ। ਪਰ ਇਹ ਸਭ ਕੁਝ ਆਰਜੀ ਹੋਵੇਗਾ ਕਿਉਂਕਿ ਵਕਤ ਨੇ ਰੁਕਣਾ ਨਹੀਂ। ਇਹ ਸਭ ਪਿੱਛੇ ਛੱਡ ਜਾਣਾ ਹੈ। ਵਕਤ ਦੇ ਕਰਨ ਵਾਲਾ ਹਾਲੇ ਹੋਰ ਬਹੁਤ ਕੁਝ ਪਿਆ ਹੈ। ਵਕਤ ਕਿਸੇ ਇੱਕ ਲਈ ਨਹੀਂ ਹੁੰਦਾ, ਵਕਤ ਸਭ ਦਾ ਸਾਂਝਾ ਹੁੰਦਾ ਹੈ। ਇਹ ਮਿੱਟੀ ਦੀ ਢੇਰੀ ਕਿਸੇ ਵੇਲੇ ਆਪ ਤੂਫਾਨ ਹੋਇਆ ਕਰਦੀ ਸੀ। ਤੂਫਾਨ ਜਿੱਧਰ ਦੀ ਲੰਘਦਾ ਤਬਾਹੀ ਕਰਦਾ ਚਲੇ ਜਾਂਦਾ। ਦਰਿਆ ਰੁਕ ਜਾਂਦੇ ਤੇ ਪਹਾੜ ਕੰਬਣ ਲੱਗਦੇ। ਲੋਕ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ। ਦੁਸ਼ਮਣ ਘਰ ਛੱਡ ਕੇ ਭੱਜ ਜਾਂਦੇ ਤੇ ਉਹ ਦੁਸ਼ਮਣ ਲੱਭਣ ਲਈ ਜਾਂ ਦੁਸ਼ਮਣ ਬਣਾਉਣ ਲਈ ਸੈਂਕੜੇ ਹਜ਼ਾਰਾਂ ਕੋਹਾਂ ਦਾ ਸਫ਼ਰ ਤੈਅ ਕਰ ਛੱਡਦਾ। ਖੈਬਰ ਟੱਪ ਅਫਗਾਨਿਸਤਾਨ ਤੱਕ ਜਾ ਵੜਦਾ। ਕਸ਼ਮੀਰ ਦੀਆਂ ਪਹਾੜੀਆਂ ਮਿੱਧ ਦਾ ਚੀਨ ਜਾ ਪਹੁੰਚਦਾ। ਇਹ ਵੱਖਰੀ ਗੱਲ ਹੈ ਕਿ ਇੱਧਰ ਸਤਲੁਜ ਟੱਪਣਾ ਉਸ ਲਈ ਵਰਜਿਤ ਬਣਿਆ ਹੋਇਆ ਸੀ। ਦਿਲ ਉਸ ਦਾ ਬਹੁਤ ਕਰਦਾ ਸੀ ਕਿ ਸਤਲੁਜ ਟੱਪੇ ਤੇ ਉਧਰ ਵਸਦੇ ਆਪਣੇ ਭਰਾਵਾਂ ਨੂੰ, ਜਿਨ੍ਹਾਂ ਨੇ ਉਸ ਦੀ ਈਨ ਮੰਨਣ ਥਾਵੇਂ ਫਰੰਗੀਆਂ ਦੀ ਸ਼ਰਨ ਲੈ ਲਈ ਸੀ, ਉਹਨਾਂ ਨੂੰ ਮਿਲੇ। ਉਹਨਾਂ ਨਾਲ ਬੈਠ ਕੇ ਕੋਈ ਦਿਲ ਦੀ ਗੱਲ ਕਰੇ ਤੇ ਉਹਨਾਂ ਨੂੰ ਮੋੜ ਲਿਆਵੇ। ਪਰ ਉਹ ਅਜਿਹਾ ਕਰ ਨਾ ਸਕਿਆ। ਹੁਣ ਫਰੰਗੀ ਵੀ ਉਸ ਦੇ ਦੋਸਤ ਬਣ ਚੁੱਕੇ ਸਨ। ਉਹ ਦੋਸਤ ਹੀ ਕਹਿੰਦਾ ਰਿਹਾ ਫਰੰਗੀਆਂ ਨੂੰ। ਪਤਾ ਉਸ ਨੂੰ ਵੀ ਸੀ ਕਿ ਫਰੰਗੀ ਕਿਸੇ ਦੇ ਦੋਸਤ ਨਹੀਂ ਹੁੰਦੇ। ਫਰੰਗੀਆਂ ਨੂੰ ਵੀ ਪਤਾ ਸੀ ਕਿ ਸਰਕਾਰ ਵੀ ਕਿਸੇ ਦੀ ਦੋਸਤ ਨਹੀਂ। ਸਰਕਾਰ ਦਾ ਦਾਅ ਚੱਲਦਾ ਤਾਂ ਹੁਣ ਤੱਕ ਫਰੰਗੀਆਂ ਨੂੰ ਗਲੋਂ ਫੜ ਲਿਆ ਹੁੰਦਾ ਤੇ ਫਰੰਗੀ ਵੀ ਅਜਿਹੇ ਮੌਕੇ ਦੀ ਤਲਾਸ਼ ਵਿੱਚ ਬੈਠੇ ਸਨ। ਇਹ ਸਭ ਕੁਝ ਹੇਠਾਂ ਸੀ, ਉੱਪਰੋਂ ਪੱਕੇ ਦੋਸਤ ਸਨ। ਵੈਸੇ ਉਸ ਦਾ ਵਾਹ ਸਿਰਫ ਅੰਗਰੇਜ਼ਾਂ ਨਾਲ ਹੀ ਨਹੀਂ ਸੀ। ਉਸ ਦੇ ਰਾਜ ਵਿੱਚ ਹੋਰਨਾਂ ਮੁਲਕਾਂ ਦੇ ਲੋਕ ਵੀ ਆਉਂਦੇ ਰਹਿੰਦੇ ਸਨ। ਫਰਾਂਸੀਸੀ, ਸਪੈਨਿਸ਼ ਤੇ ਇਟਾਲੀਅਨ ਤਾਂ ਉਸ ਦੀ ਫੌਜ ਵਿੱਚ ਜਰਨੈਲ ਵੀ ਸਨ।
ਉਹਨਾਂ ਨਾਲ ਉਸ ਦੀ ਵਾਹਵਾ ਨਿਭ ਰਹੀ ਸੀ, ਪਰ ਉਹ ਇੰਗਲਿਸਤਾਨੀ ਫਰੰਗੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਮੁਤਾਸਿਰ ਵੀ ਸੀ, ਖਾਸ ਤੌਰ ਤੇ ਉਹਨਾਂ ਦੀ ਬੋਲੀ ਤੋਂ। ਆਪਣੇ ਸ਼ਹਿਜ਼ਾਦੇ ਸ਼ੇਰ ਸਿੰਘ ਨੂੰ ਅੰਗਰੇਜ਼ੀ ਸਿਖਾਉਣ ਲਈ ਵਿਸ਼ੇਸ਼ ਅਧਿਆਪਕ ਦਾ ਪ੍ਰਬੰਧ ਵੀ ਕਰ ਲਿਆ। ਉਸਨੇ ਸੋਚਿਆ ਕਿ ਜਿੱਥੇ ਉਸਦੇ ਰਾਜ ਵਿੱਚ ਗੁਰਮੁਖੀ, ਨਾਗਰੀ, ਸੰਸਕ੍ਰਿਤ, ਫਾਰਸੀ ਜਾਂ ਅਰਬੀ ਦੇ ਸਕੂਲ ਹਨ, ਕਿਉਂ ਨਾ ਅੰਗਰੇਜ਼ੀ ਦਾ ਵੀ ਇੱਕ ਸਕੂਲ ਖੋਲ੍ਹਿਆ ਜਾਵੇ। ਸਾਰੇ ਇੰਤਜ਼ਾਮ ਹੋ ਗਏ, ਪਰ ਸਰ ਜੌਹਨ ਲੌਰੀ ਦੀ ਜਿੱਦ ਕਾਰਨ ਵਿਉਂਤ ਸਿਰੇ ਨਾ ਚੜ੍ਹੀ। ਸਰ ਜੌਨ ਲੌਰੀ ਦੀ ਜਿੱਦ ਸੀ ਕਿ ਅੰਗਰੇਜ਼ੀ ਸਿਖਾਉਣ ਦੇ ਨਾਲ-ਨਾਲ ਬਾਈਬਲ ਦੀ ਸਿੱਖਿਆ ਵੀ ਦਿੱਤੀ ਜਾਵੇਗੀ। ਇਹ ਸਰਕਾਰ ਨੂੰ ਮਨਜ਼ੂਰ ਨਹੀਂ ਸੀ, ਸੋ ਇਸ ਕਰਕੇ ਸਭ ਕੁਝ ਅਧੂਰਾ ਹੀ ਰਹਿ ਗਿਆ। ਸਰਕਾਰ ਨੂੰ ਇਸ ਦਾ ਦੁੱਖ ਸੀ, ਪਰ ਦੋਸਤੀ ਫਿਰ ਵੀ ਕਾਇਮ ਰਹੀ। ਫਰੰਗੀਆਂ ਤੇ ਸਰਕਾਰ ਦੀ ਦੋਸਤੀ ਵਿੱਚ ਬਹੁਤ ਕੁਝ ਗੂੜੇ ਦੋਸਤ ਵਾਲਾ ਵਾਪਰਦਾ ਸੀ। ਜੱਫੀਆਂ ਪੈਂਦੀਆਂ, ਇਕੱਠੇ ਬੈਠ ਕੇ ਸ਼ਰਾਬਾਂ ਪੀਂਦੇ, ਮਹਿਫਲਾਂ ਲੱਗਦੀਆਂ, ਇੱਕ ਦੂਜੇ ਨੂੰ ਤੋਹਫੇ ਦਿੰਦੇ। ਦੋਸਤੀ ਵਿਚਲੀ ਇੱਕ ਨਿੱਕੀ ਜਿਹੀ ਘਟਨਾ ਕੁਝ ਪੁਰਾਣੀ ਸੀ। ਕੁਝ ਗਰਮੀਆਂ ਪਹਿਲਾਂ ਦੀ ਗੱਲ ਹੈ ਕਿ ਇੱਕ ਦਿਨ ਅਚਾਨਕ ਇੱਕ ਵੱਡੀ ਸਾਰੀ ਕਿਸ਼ਤੀ ਲਾਹੌਰ ਵਿੱਚ ਦਾਖਲ ਹੋਈ। ਇਸ ਅਜੀਬ ਕਿਸ਼ਤੀ ਨੂੰ ਪਹੀਏ ਲੱਗੇ ਹੋਏ ਸਨ ਤੇ ਇਸ ਨੂੰ 6 ਘੋੜੇ ਖਿੱਚ ਰਹੇ ਸਨ, ਬਿਲਕੁਲ ਰੱਥ ਵਾਂਗ। ਇਸ ਖੂਬਸੂਰਤ ਕਿਸ਼ਤੀ ਨੂੰ ਦੇਖ ਕੇ ਸਾਰਾ ਲਾਹੌਰ ਹੀ ਹੈਰਾਨ ਸੀ। ਕਿਸ਼ਤੀਆਂ ਤਾਂ ਰਾਵੀ ਵਿੱਚ ਚੱਲਦੀਆਂ ਦੇਖੀਆਂ ਸਨ, ਛੋਟੀਆਂ-ਛੋਟੀਆਂ, ਦਰਿਆ ਪਾਰ ਕਰਾਉਣ ਵਾਲੀਆਂ ਵੀ ਤੇ ਭਾਰ ਢੋਣ ਵਾਲੀਆਂ ਵੀ। ਦਰਿਆ ਨੂੰ ਕਈ ਪੱਤਣ ਪੈਂਦੇ ਸਨ, ਲੋਕ ਇੱਧਰ ਉੱਧਰ ਜਾਂਦੇ ਰਹਿੰਦੇ ਸਨ। ਕਿਸ਼ਤੀਆਂ ਦੇ ਪੁਲ ਵੀ ਬਣੇ ਹੋਏ ਸਨ, ਪਰ ਇਹ ਕਿਸ਼ਤੀ ਕੁਝ ਅਜੀਬ ਸੀ। ਕਿਸੇ ਫਕੀਰ ਦੇ ਵੱਡੇ ਸਾਰੇ ਕਾਸੇ ਵਰਗੀ ਕਿਸ਼ਤੀ। ਇਸ ਦਾ ਇੱਕ ਪਾਸਾ ਜਿਵੇਂ ਕੋਈ ਉੱਡਣੇ ਪੰਛੀ ਦਾ ਮੂੰਹ ਹੋਵੇ ਤੇ ਦੂਜਾ ਪਾਸਾ ਜਿਵੇਂ ਬਣਦਾ ਕਮਰਾ ਅੱਧ ਵਿਚਕਾਰ ਛੱਡਿਆ ਹੋਵੇ। ਜਿਹੜੇ ਲੋਕ ਫਰੰਗੀਆਂ ਦੇ ਮੁਲਕਾਂ ਵਿੱਚ ਗਏ ਹੋਣਗੇ, ਉਹਨਾਂ ਨੂੰ ਤਾਂ ਪਤਾ ਸੀ ਕਿ ਅਜਿਹੀਆਂ ਕਿਸ਼ਤੀਆਂ ਆਮ ਰਈਸ ਲੋਕ ਰੱਖਦੇ ਹਨ, ਪਰ ਜਿਹੜੇ ਲੋਕ ਕਲਕੱਤੇ ਜਾਂ ਹੋਰ ਫਰੰਗੀਆਂ ਦੇ ਕਬਜ਼ੇ ਵਾਲੇ ਸਮੁੰਦਰਾਂ, ਝੀਲਾਂ ਦੇ ਕਿਨਾਰਿਆਂ ਤੇ ਗਏ ਹੋਣਗੇ, ਉਹਨਾਂ ਨੇ ਵੀ ਫਰੰਗੀਆਂ ਦਾ ਇਹ ਸ਼ੌਕ ਵੇਖਿਆ ਹੋਵੇਗਾ, ਪਰ ਆਮ ਲੋਕਾਂ ਲਈ ਇਹ ਇੱਕ ਅਜੂਬਾ ਹੀ ਸੀ। ਫਰੰਗੀਆਂ ਦਾ ਸਰਕਾਰ ਲਈ ਇਹ ਤੋਹਫਾ ਸੀ। ਜਦ ਤੋਹਫਾ ਸ਼ਾਹੀ ਕਿਲੇ ਵਿੱਚ ਪੁੱਜਿਆ ਤਾਂ ਸਰਕਾਰ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਇਸ ਕਿਸ਼ਤੀ ਵਿੱਚ ਇੱਕ ਘਰ ਵਾਲੀ ਹਰ ਸਹੂਲਤ ਮੁਹੱਈਆ ਕੀਤੀ ਜਾ ਸਕਦੀ ਸੀ। ਉਸਨੇ ਆਪਣੇ ਖਾਸ ਅਹਿਲਕਾਰ ਨੂੰ ਕਿਹਾ, ਦੀਵਾਨ ਦੀਨਾਨਾਥ, ਇਸ ਸਾਹਿਬ ਨੇ ਕੀ ਭੇਜ ਦਿੱਤਾ? ਇਸ ਕਿਸ਼ਤੀ ਦੀ ਕੀ ਲੋੜ ਪੈ ਗਈ? ਕਿੱਥੇ ਵਰਤਾਂਗੇ ਇਹਨੂੰ? ਸਰਕਾਰ, ਇਸ ਦੇ ਬੈਠਣ ਲਈ ਗੱਦੇ ਦੇਖੋ, ਇਹਦੇ ਵਿੱਚ ਲਾਈਆਂ ਚੀਜ਼ਾਂ ਵੇਖੋ, ਕਿੰਨੀਆਂ ਵਧੀਆ ਤੇ ਸ਼ਾਨਦਾਰ ਨੇ। ਆਹ ਦੇਖੋ, ਪੂਰੀ ਦੀ ਪੂਰੀ ਰਸੋਈ ਹੀ ਬਣੀ ਹੋਈ ਏ ਇੱਕ ਪਾਸੇ। ਆਹ ਵੇਖੋ, ਨਾਚ ਲਈ ਮੰਚ ਵੀ ਏ। ਦੀਵਾਨ ਜੀ, ਇਹ ਫਰੰਗੀਆਂ ਦੀਆਂ ਇਲਤਾਂ ਨੇ। ਪਹਿਲਾਂ ਪਹੀਆਂ ਉੱਪਰ ਕਮਰਾ ਬਣਾ ਕੇ ਲੈ ਆਏ ਤੇ ਹੁਣ ਇਹ। ਅਸੀਂ ਭਲਾ ਇਹਨਾਂ ਤੋਂ ਕੀ ਲੈਣਾ, ਪਰ ਹੁਣ ਸਾਹਿਬ ਨੇ ਭੇਜਿਆ ਏ ਤਾਂ ਰੱਖ ਲਓ। ਹੁਣ ਇਹਨੂੰ ਖੜੀ ਕਰਨ ਲਈ ਕੋਈ ਸਵਾਤ ਤਿਆਰ ਕਰੋ। ਕੁਝ ਸਾਲ ਪਹਿਲਾਂ ਇਹ ਅੰਗਰੇਜ਼ ਘੋੜਿਆਂ ਪਿੱਛੇ ਕੈਰਾਵਾਨ ਲਈ ਫਿਰਦਾ ਸੀ। ਮਹਾਰਾਜੇ ਨੇ ਉਸ ਦੀ ਤਾਰੀਫ ਕੀਤੀ ਤਾਂ ਉਸਨੇ ਇੱਕ ਕੈਰਾਵਾਨ ਮਹਾਰਾਜੇ ਲਈ ਬਣਾ ਕੇ ਭੇਜ ਦਿੱਤੀ। ਉਸ ਦੀ ਨਕਲ ਵਿੱਚ ਮਹਾਰਾਜੇ ਨੇ ਪਹੀਆਂ ਉੱਪਰ ਇੱਕ ਘਰ ਹੀ ਬਣਾ ਲਿਆ ਸੀ, ਜਿਸ ਨੂੰ ਇੱਧਰ ਉੱਧਰ ਲੈ ਜਾਂਦਾ, ਪਰ ਇਹ ਸਭ ਗੋਰਿਆਂ ਦੇ ਚੋਂਚਲੇ ਜਿਹੇ ਹੀ ਲੱਗਦੇ। ਹੁਣ ਪਹੀਆਂ ਉੱਪਰ ਆਈ ਕਿਸ਼ਤੀ ਵੀ ਅਜੀਬ ਜਿਹੀ ਲੱਗ ਰਹੀ ਸੀ। ਦੀਵਾਨ ਦੀਨਾਨਾਥ ਕਹਿਣ ਲੱਗਿਆ, ਸਰਕਾਰ, ਸ਼ਾਇਦ ਉਹਨਾਂ ਨੇ ਇਹ ਅੱਗੇ ਕਸ਼ਮੀਰ ਖੜਨੀ ਹੋਵੇ, ਡੱਲ ਝੀਲ ਲਈ ਸ਼ਿਕਾਰੇ ਦੇ ਤੌਰ ਤੇ ਵਰਤਣੀ ਹੋਵੇ। ਸਰਕਾਰ ਨੇ ਵੀ ਐਵੇਂ ਹੀ ਸੋਚਿਆ ਸੀ। ਉਸਨੇ ਜਦੋਂ ਕਸ਼ਮੀਰ ਪੰਜਾਬ ਵਿੱਚ ਲਾ ਲਿਆ ਸੀ ਤਾਂ ਕਈ ਵਾਰ ਗਰਮੀਆਂ ਨੂੰ ਸ਼੍ਰੀਨਗਰ ਦਾ ਚੱਕਰ ਮਾਰ ਆਇਆ ਸੀ। ਡੱਲ ਝੀਲ ਉਸ ਨੂੰ ਬਹੁਤ ਪਸੰਦ ਸੀ ਤੇ ਰੰਗ ਬਰੰਗੇ ਸ਼ਿਕਾਰੇ ਵੀ, ਪਰ ਉਹ ਕਦੇ ਉੱਥੇ ਬਹੁਤੇ ਦਿਨ ਨਾ ਗੁਜ਼ਾਰਦੇ। ਐਡਾ ਵੱਡਾ ਰਾਜ ਛੁੱਟੀਆਂ ਕਰਕੇ ਨਹੀਂ ਚਲਾਇਆ ਜਾਂਦਾ। ਹਾਲੇ ਕੁਝ ਦਿਨ ਹੀ ਲੰਘੇ ਸਨ ਕਿ ਫਿਰੰਗੀਆਂ ਦਾ ਇੱਕ ਟੋਲਾ ਆ ਗਿਆ। ਸਰਕਾਰ ਦਾ ਖਾਸ ਦੋਸਤ ਵਿਲਸਨ, ਜੋ ਉਸ ਨਾਲ ਕਈ ਵਾਰ ਬੈਠ ਕੇ ਮੁਜਰੇ ਦੇਖਿਆ ਕਰਦਾ ਸੀ, ਉਸ ਦੀਆਂ ਤਸਵੀਰਾਂ ਬਣਾਉਣ ਲਈ ਵਿਸ਼ੇਸ਼ ਚਿੱਤਰਕਾਰਾਂ ਦੇ ਇੰਤਜ਼ਾਮ ਕਰਿਆ ਕਰਦਾ ਸੀ ਤੇ ਪਰਦੇ ਨਾਲ ਕਈ ਵਾਰ ਤਾਕਤ ਦੀਆਂ ਦਵਾਈਆਂ ਵੀ ਦੇ ਜਾਇਆ ਕਰਦਾ ਸੀ। ਉਹ ਸਰਕਾਰ ਲਈ ਵਿਸ਼ੇਸ਼ ਵਿਸਕੀ ਭੇਜਿਆ ਕਰਦਾ। ਉਹ ਵਿਲਸਨ ਇਸ ਟੋਲੇ ਦਾ ਮੋਹਰੀ ਸੀ।
ਉਸਨੇ ਹੀ ਇਹ ਕਿਸ਼ਤੀ ਭੇਜੀ ਸੀ। ਵਿਲਸਨ ਆਉਂਦਾ ਹੀ ਬਾਕੀ ਫਰੰਗੀਆਂ ਉੱਪਰ ਸਰਕਾਰ ਨਾਲ ਆਪਣੀ ਦੋਸਤੀ ਦਾ ਰੂਹ ਪਾਉਣ ਲੱਗਿਆ। ਉਹ ਦੱਸਣਾ ਚਾਹੁੰਦਾ ਸੀ ਕਿ ਸਰਕਾਰ ਉਸਦੇ ਕਿੰਨੇ ਨੇੜੇ ਹੈ। ਵਿਲਸਨ ਨੇ ਸਿੱਖਾਂ ਵਾਂਗ ਹੀ ਦਾੜੀ ਰੱਖ ਕੇ ਪੱਗ ਜਿਹੀ ਬੰਨੀ ਹੋਈ ਸੀ। ਸਰਕਾਰ ਨੂੰ ਮਿਲਣ ਆਉਣ ਵਾਲੇ ਬਹੁਤ ਸਾਰੇ ਅੰਗਰੇਜ਼ ਵੀ ਅਕਸਰ ਉਸ ਨੂੰ ਖੁਸ਼ ਕਰਨ ਲਈ ਦਾੜੀ ਰੱਖ ਲਿਆ ਕਰਦੇ ਸਨ। ਉਸ ਵਾਂਗ ਹੀ ਚੂੜੀਦਾਰ ਪਜਾਮਾ ਤੇ ਲੰਮਾ ਕੁੜਤਾ ਪਾਉਂਦੇ, ਸਿਰ ਤੇ ਬੱਜੀ ਪੱਗ ਉੱਪਰ ਇੱਕ ਹੋਰ ਰੁਮਾਲ ਬੰਨ੍ਹ ਲੈਂਦੇ। ਦਰਬਾਰ ਨਾਲ ਜੁੜੇ ਹੋਏ ਤੇ ਸਰਕਾਰ ਨਾਲ ਵਾਹ ਰੱਖਣ ਵਾਲੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਸਰਕਾਰ ਨੂੰ ਖੁਸ਼ ਕਰਨ ਲਈ ਦਾੜੀ ਕੇਸ ਰੱਖੇ ਹੋਏ ਸਨ। ਸਰਕਾਰ ਨੇ ਆਪਣੇ ਖੁੱਲੇ ਸੁਭਾਅ ਅਨੁਸਾਰ ਕਿਹਾ, ਉਹ ਵਿਲਸਨ, ਆਹ ਕੀ ਜਹਾਜ਼ਿਆ ਤੂੰ ਭੇਜ ਦਿੱਤਾ, ਇਹਦਾ ਮੈਂ ਕੀ ਕਰੂੰ? ਸਰਕਾਰ, ਇਹਦੇ ਉੱਪਰ ਚੜ ਕੇ ਸ਼ਿਕਾਰ ਖੇਡਣਾ। ਉਹ ਭਲੇ ਮਾਨਸਾ, ਇਹਨੂੰ ਜੰਗਲ 'ਚ ਲੈ ਕੇ ਕਿਵੇਂ ਜਾਊਂ? ਸਰਕਾਰ, ਇਹਦੇ ਵਿੱਚ ਮੱਛੀ ਦਾ ਸ਼ਿਕਾਰ ਖੇਡਣਾ। ਖੂਬਸੂਰਤ ਰਾਵੀ ਤੇਰੇ ਗਵਾਂਢੇ। ਉਹ ਵਿਲਸਨ, ਕੋਈ ਅਕਲ ਕਰ, ਮੈਂ ਸ਼ੇਰ ਦਾ ਸ਼ਿਕਾਰ ਖੇਡਣ ਵਾਲਾ ਸ਼ਿਕਾਰੀ ਹਾਂ ਤੇ ਤੂੰ ਮੈਨੂੰ ਮੱਛੀ ਦਾ ਸ਼ਿਕਾਰ ਖਿਡਾਵੇਂਗਾ। ਸਰਕਾਰ, ਇਸ ਸ਼ਿਕਾਰ ਦਾ ਅਲੱਗ ਆਨੰਦ ਹੁੰਦਾ ਏ। ਮੱਛੀ ਦੇ ਸ਼ਿਕਾਰ ਦਾ ਕਾਹਦਾ ਆਨੰਦ? ਕਿਸੇ ਮਛੇਰੇ ਨੂੰ ਕਹਿ ਕੇ 2 ਵੱਟੇ ਮੱਛੀਆਂ ਜਦੋਂ ਮਰਜ਼ੀ ਮੰਗਵਾ ਲਓ। ਸਰਕਾਰ ਜੀ, ਮਛੇਰੇ ਨੂੰ ਛੱਡੋ, ਮੇਰੇ ਨਾਲ ਚੱਲੋ। ਇਸ ਸ਼ਿਕਾਰ ਤੇ ਜਾਣ ਦਾ ਮਤਲਬ ਸਿਰਫ ਸ਼ਿਕਾਰ ਖੇਡਣਾ ਨਹੀਂ ਹੁੰਦਾ। ਕਿਸੇ ਰਾਤ ਨੂੰ ਚੱਲਾਂਗੇ। ਸਾਹਿਬ ਵਿਲਸਨ, ਤੈਨੂੰ ਨਹੀਂ ਪਤਾ ਕਿ ਸ਼ਿਕਾਰ ਦਿਨ ਨੂੰ ਹੀ ਖੇਡਿਆ ਜਾਂਦਾ, ਰਾਤ ਨੂੰ ਜਾਨਵਰਾਂ ਦੇ ਸੌਣ ਦਾ ਵਕਤ ਹੁੰਦਾ ਏ। ਤੁਹਾਡੀ ਗੱਲ ਵੀ ਠੀਕ ਏ ਸਰਕਾਰ, ਪਰ ਅੱਜ ਕੱਲ ਦੇ ਮੌਸਮ ਵਿੱਚ ਮੱਛੀ ਦਾ ਸ਼ਿਕਾਰ ਰਾਤ ਨੂੰ ਹੀ ਖੇਡਿਆ ਜਾਂਦਾ ਏ। ਟਿੱਕੀ ਰਾਤ ਹੋਵੇ, ਚਾਨਣੀ ਆਪਣੇ ਜ਼ੋਰ ਤੇ ਹੋਵੇ ਤੇ ਫੇਰ ਸ਼ਿਕਾਰ ਦਾ ਆਪਣਾ ਹੀ ਮਜ਼ਾ ਏ। ਸਰਕਾਰ ਨੇ ਸੋਚਣਾ ਸ਼ੁਰੂ ਕਰ ਦਿੱਤਾ ਤੇ ਇਹ ਵਿਲਸਨ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ। ਉਹ ਰਾਵੀ ਕੰਢੇ ਘੋੜਸਵਾਰੀ ਕਰਨ ਲਈ ਤਾਂ ਰੋਜ਼ ਹੀ ਨਿਕਲ ਜਾਇਆ ਕਰਦਾ ਸੀ। ਅੱਗੇ ਜਾ ਕੇ ਜੰਗਲਾਂ ਵਿੱਚ ਸ਼ਿਕਾਰ ਵੀ ਬਹੁਤ ਖੇਡਿਆ ਜਾਂਦਾ ਸੀ। ਸ਼ਿਕਾਰ ਲਈ ਲੋੜੇ ਦੇ ਪੰਛੀ ਤੇ ਜਾਨਵਰ ਸਨ, ਪਰ ਇਹ ਕਦੇ ਨਹੀਂ ਸੋਚਿਆ ਸੀ ਕਿ ਮੱਛੀ ਦਾ ਵੀ ਸ਼ਿਕਾਰ ਕੀਤਾ ਜਾਂਦਾ ਹੈ। ਵਿਲਸਨ ਦੀਆਂ ਗੱਲਾਂ ਉਸ ਦੀ ਕਲਪਨਾ ਨੂੰ ਹੋਰ ਵੀ ਖੰਭ ਲਾ ਰਹੀਆਂ ਸਨ। ਵਿਲਸਨ ਦੱਸਦਾ ਜਾ ਰਿਹਾ ਸੀ, ਸਰਕਾਰ, ਜਿਵੇਂ ਤੁਹਾਨੂੰ ਪਤਾ ਏ ਕਿ ਸ਼ਿਕਾਰ ਕਰਨ ਦੇ ਵੀ ਖਾਸ ਮਹੀਨੇ ਹੁੰਦੇ ਨੇ। ਪਿਛਲੀ ਵਾਰ ਆਇਆ ਮੈਂ ਰਾਵੀ ਦੇ ਸ਼ਿਕਾਰ ਦਾ ਅੰਦਾਜ਼ਾ ਲਗਾ ਗਿਆ ਸਾਂ ਤੇ ਮੈਂ ਉਸੇ ਹੀ ਹਿਸਾਬ ਨਾਲ ਹੁਣ ਆਇਆ ਹਾਂ। ਵੇਖੋ, ਅੱਜ ਕੱਲ ਰਾਤ ਨੂੰ ਚੰਨ ਵੀ ਵੱਡਾ ਹੋ ਗਿਆ ਏ। ਅਗਲੀ ਰਾਤ ਤੋਂ ਤਿਆਰ ਹੋ ਕੇ ਸ਼ਿਕਾਰ ਨੂੰ ਨਿਕਲ ਤੁਰੇ। ਸਰਕਾਰ ਨੂੰ ਕੁਝ ਅਜੀਬ ਲੱਗ ਰਿਹਾ ਸੀ ਕਿਸ਼ਤੀ ਵਿੱਚ ਬੈਠ ਕੇ ਸ਼ਿਕਾਰ ਨੂੰ ਜਾਣਾ। ਰਾਵੀ ਕੰਢੇ ਗਏ ਤਾਂ ਮੱਛੀ ਪਾਣੀ ਤੇ ਖੇਡ ਰਹੀ ਸੀ। ਵਿਲਸਨ ਨੇ ਸਰਕਾਰ ਨੂੰ ਚੁੱਪਚਾਪ ਇਸ਼ਾਰਾ ਕੀਤਾ। ਚਾਨਣੀ ਦਰਿਆ ਉੱਪਰ ਐਵੇਂ ਬੈਠੀ ਸੀ ਜਿਵੇਂ ਮੁੜ ਕੇ ਉੱਠਣਾ ਹੀ ਨਾ ਹੋਵੇ। ਮੱਛੀ ਪਾਣੀ ਉੱਪਰ ਇੱਧਰ ਉੱਧਰ ਛਾਲਾਂ ਮਾਰਦੀ ਫਿਰਦੀ ਸੀ। ਇਹ ਅਜੀਬ ਜਿਹਾ ਨਜ਼ਾਰਾ ਜਿਹੜਾ ਮਹਾਰਾਜੇ ਨੇ ਕਦੇ ਪਹਿਲਾਂ ਨਹੀਂ ਸੀ ਵੇਖਿਆ, ਉਸ ਨੂੰ ਚੰਗਾ ਲੱਗ ਰਿਹਾ ਸੀ। ਉਸ ਨੇ ਹੌਲੀ ਜਿਹੇ ਕਿਹਾ, ਉਹ ਵਿਲਸਨ, ਇਹ ਚੀਜ਼ ਮੈਂ ਪਹਿਲਾਂ ਕਦੇ ਨਹੀਂ ਦੇਖੀ, ਆਓ ਅੱਗੇ ਦੇਖਦੇ ਹਾਂ। ਵਿਲਸਨ ਨੇ ਕਿਹਾ ਤੇ ਸਿਪਾਹੀਆਂ ਨੂੰ ਹੌਲੀ ਹੌਲੀ ਕਿਸ਼ਤੀ ਦਰਿਆ ਵਿੱਚ ਠੇਲਣ ਲਈ ਕਹਿ ਦਿੱਤਾ। ਉਹ ਕਿਸ਼ਤੀ ਨੂੰ ਜਰਾ ਡੂੰਘੀ ਜਗ੍ਹਾ ਲੈ ਗਏ। ਮਾਸ ਲਗਾ ਕੇ ਇੱਕ ਕੁੰਡੀ ਵਿਲਸਨ ਨੇ ਪਾਣੀ ਵਿੱਚ ਸੁੱਟੀ ਤੇ ਇੱਕ ਸਰਕਾਰ ਨੇ। ਸਰਕਾਰ ਦੀ ਕੁੰਡੀ ਵਿੱਚ ਮੱਛੀ ਪਹਿਲਾਂ ਫਸ ਗਈ। ਵਿਲਸਨ ਨੇ ਰੱਸੀ ਖਿੱਚਣ ਵਿੱਚ ਸਰਕਾਰ ਦੀ ਮਦਦ ਕੀਤੀ ਤੇ ਹੱਥ ਪਰ ਡੰਬਰਾ ਬਾਹਰ ਖਿੱਚ ਲਿਆ। ਮਹਾਰਾਜੇ ਨੂੰ ਚਾਅ ਚੜ ਗਿਆ, ਜਿਵੇਂ ਕੋਈ ਵੱਡੀ ਮੱਲ ਮਾਰੀ ਹੋਵੇ। ਫੜੀ ਹੋਈ ਮੱਛੀ ਇੱਕ ਪਾਸੇ ਸਾਂਭੀ ਤੇ ਹੋਰ ਕੁੰਡੀ ਸੁੱਟ ਲਈ। ਹੁਣ ਤੱਕ ਵਿਲਸਨ ਦੀ ਕੁੰਡੀ ਵਿੱਚ ਵੀ ਮੱਛੀ ਫਸ ਚੁੱਕੀ ਸੀ। ਫਿਰ ਐਵੇਂ ਹੀ ਹੌਲੀ ਹੌਲੀ ਮੁਕਾਬਲਾ ਹੋਣ ਲੱਗਾ। ਸਰਕਾਰ ਨੂੰ ਇਹ ਖੇਡ ਚੰਗੀ ਲੱਗ ਰਹੀ ਸੀ। ਪਤਾ ਹੀ ਨਹੀਂ ਚੱਲਿਆ ਕਿ ਅਜ਼ਾਨ ਦਾ ਵਕਤ ਕਿਹੜੇ ਵੇਲੇ ਹੋ ਗਿਆ। ਆਪੋ ਆਪਣੀਆਂ ਮੱਛੀਆਂ ਗਿਣੀਆਂ ਤਾਂ ਵਿਲਸਨ ਦੀਆਂ 2 ਮੱਛੀਆਂ ਵੱਧ ਗਈਆਂ, ਪਰ ਸਰਕਾਰ ਦੀਆਂ ਮੱਛੀਆਂ ਵੱਡੀਆਂ ਸਨ। ਵਿਲਸਨ ਨੇ ਕਿਹਾ, ਸਰਕਾਰ, ਅੱਜ ਜੋ ਹੋ ਗਿਆ ਸੋ ਹੋ ਗਿਆ, ਕੱਲ ਨੂੰ ਤੁਹਾਡੇ ਤੋਂ ਵੱਧ ਮੱਛੀਆਂ ਫੜ ਕੇ ਦਿਖਾਊਂ। ਵਿਲਸਨ, ਰਾਵੀ ਮੇਰਾ, ਮੱਛੀਆਂ ਮੇਰੀਆਂ, ਤੂੰ ਕਿਵੇਂ ਵੱਧ ਫੜ ਲਵੇਂਗਾ? ਸਰਕਾਰ, ਮੈਨੂੰ ਸ਼ਿਕਾਰ ਖੇਡਣਾ ਆਉਂਦਾ ਏ। ਮੈਂ ਇਹ ਸ਼ਿਕਾਰ ਬਚਪਨ ਤੋਂ ਖੇਡਦਾ ਆਇਆ। ਤੁਹਾਨੂੰ ਇਸ ਦਾ ਮਜ਼ਾ ਹੁਣ ਆਉਣ ਲੱਗਿਆ ਤੇ ਮੈਂ ਬਚਪਨ ਤੋਂ ਹੀ ਲੈਂਦਾ ਆਇਆ ਹਾਂ। ਹੋਇਆ ਵੀ ਐਵੇਂ ਹੀ। ਬਹੁਤੀ ਵਾਰ ਵਿਲਸਨ ਜਿੱਤ ਜਾਂਦਾ, ਕਈ ਵਾਰ ਸਰਕਾਰ ਦੀ ਵੀ ਜਿੱਤ ਹੁੰਦੀ, ਜਾਂ ਵਿਲਸਨ ਜਾਣ ਬੁੱਝ ਕੇ ਹੀ ਸਰਕਾਰ ਨੂੰ ਜਿਤਾ ਦਿੰਦਾ, ਆਪਣੀ ਕੁੰਡੀ ਹੀ ਢੰਗ ਨਾਲ ਨਾ ਸੁੱਟਦਾ। ਇਵੇਂ ਵਿਲਸਨ ਕਈ ਵਾਰ ਲਾਹੌਰ ਆਇਆ ਤੇ ਆਇਆ ਵੀ ਵੱਡੇ ਚੰਨ ਦੇ ਦਿਨਾਂ ਵਿੱਚ। ਉਹ ਇਹ ਖੇਡ ਖੇਡਣ ਜਾਂਦੇ ਸਨ। ਸਰਕਾਰ ਨੂੰ ਇਸ ਕਿਸ਼ਤੀ ਨਾਲ ਵੀ ਖਾਸ ਜਿਹਾ ਮੋਹ ਹੋ ਗਿਆ। ਇਹ ਕਿਸ਼ਤੀ ਮੱਛੀ ਦੀ ਖੇਡ ਤੱਕ ਹੀ ਸੀਮਤ ਨਾ ਰਹੀ।
ਇਸ ਉੱਪਰ ਮੁਜਰਾ ਵੀ ਹੋਣ ਲੱਗਿਆ। ਚੰਨ ਦੀ ਚਾਨਣੀ ਹੁੰਦੀ, ਰਾਵੀ ਕੰਢੇ ਲੱਗੇ ਅੰਬ ਪੱਕਣ ਵਾਲੇ ਹੁੰਦੇ ਤਾਂ ਸਰਕਾਰ ਰਾਵੀ ਵਿੱਚ ਆਪਣੇ ਹੀ ਜਲਵੇ ਹੁੰਦੇ। ਸ਼ਹਿਜ਼ਾਦਾ ਖੜਕ ਸਿੰਘ ਨੂੰ ਰਾਵੀ ਵਿੱਚ ਕਿਸ਼ਤੀ ਉੱਪਰ ਘੁੰਮਣਾ ਚੰਗਾ ਨਹੀਂ ਸੀ ਲੱਗਦਾ। ਇੱਕ ਦਿਨ ਉਸਨੇ ਮਜ਼ਾਕ ਵਿੱਚ ਕਿਹਾ, ਬਾਪੂ ਜੀ, ਚੰਗੀ ਇਹ ਕਿਸ਼ਤੀ ਫਰੰਗੀਆਂ ਨੇ ਤੁਹਾਨੂੰ ਲਿਆ ਦਿੱਤੀ। ਹਾਂ, ਹੁਣ ਤਾਂ ਮੈਂ ਸੋਚਦਾ ਕਿ ਮੇਰਾ ਆਖਰੀ ਸਫ਼ਰ ਵੀ ਇਹੋ ਜਿਹੀ ਕਿਸ਼ਤੀ ਤੇ ਹੀ ਕਰਿਓ। ਸਰਕਾਰ ਨੇ ਉਹ ਗੱਲ ਮਜ਼ਾਕ ਵਿੱਚ ਕਹੀ, ਗੰਭੀਰ ਜਾਂ ਕਿਸੇ ਹੋਰ ਮੁਦਰਾ ਵਿੱਚ, ਪਰ ਸੱਚ ਇਹੋ ਹੋ ਨਿਬੜਿਆ ਕਿ ਬਿਲਕੁਲ ਉਹੋ ਜਿਹੀ ਕਿਸ਼ਤੀ ਹੀ ਮਹਾਰਾਜੇ ਦੇ ਆਖਰੀ ਸਫ਼ਰ ਲਈ ਤਿਆਰ ਕੀਤੀ ਜਾ ਰਹੀ ਸੀ ਤੇ ਇਸ ਨੂੰ ਸਰਕਾਰ ਦੀ ਘੋੜੀ ਲੈਲੀ ਵਾਂਗ ਸ਼ਿੰਗਾਰਿਆ ਵੀ ਜਾ ਰਿਹਾ ਸੀ। ਇਸ ਵੇਲੇ ਹੋਰ ਵੀ ਬਹੁਤ ਕੁਝ ਹੋ ਰਿਹਾ ਸੀ। ਸਤੀ ਹੋਣ ਵਾਲੀਆਂ ਰਾਣੀਆਂ ਨੂੰ ਵੀ ਦੁਲਹਨ ਵਾਂਗ ਸਜਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ ਤੇ ਨਾਲ ਹੀ ਗੋਲੀਆਂ ਨੂੰ ਵੀ। ਅੱਜ ਸਵੇਰ ਵੇਲੇ ਸਿਰ ਹੀ ਰਾਜਾ ਸੁਚੇਤ ਸਿੰਘ ਸੁਮਨ ਬੁਰਜ ਵਿੱਚ ਆਇਆ ਸੀ ਤੇ ਰਾਣੀ ਜਿੰਦਾ ਨੂੰ ਕਹਿਣ ਲੱਗਿਆ ਸੀ, ਮਾਈ ਜੀਓ, ਸਤੀ ਹੋਣ ਦੀ ਗੱਲ ਕਦੇ ਭੁੱਲ ਕੇ ਵੀ ਨਾ ਸੋਚਿਓ। ਕੋਈ ਕਹਿੰਦਾ ਏ ਤਾਂ ਕਹਿੰਦਾ ਰਹਿਣ ਦਿਓ, ਤੁਸੀਂ ਜੱਟ ਸਿੱਖ ਹੋ, ਤੁਹਾਡੇ ਵਿੱਚ ਸਤੀ ਹੋਣ ਦੀ ਮਨਾਹੀ ਏ। ਤੇ ਇਸ ਤੋਂ ਵੀ ਵੱਡੀ ਗੱਲ ਇਹ ਵੇ ਕਿ ਤੁਸੀਂ ਇਸ ਸਹਿਜਾਦੇ ਦੀ ਸੰਭਾਲ ਕਰਨੀ ਏ ਤੇ ਸਰਕਾਰ ਨੇ ਤੁਹਾਡੀ ਮਾਂ ਪੁੱਤਰ ਦੀ ਰਖਵਾਲੀ ਦੀ ਜ਼ਿੰਮੇਵਾਰੀ ਮੇਰੀ ਲਗਾਈ ਹੋਈ ਏ। ਰਾਣੀ ਜਿੰਦਾ ਨੇ ਹਾਂ ਵਿੱਚ ਸਿਰ ਮਾਰਿਆ ਸੀ। ਮੰਗਲਾ ਤੇ ਮੋਤੀਆਂ ਕੋਲ ਹੀ ਖੜੀਆਂ ਸਨ। ਉਹ ਤਾਂ ਇਹ ਗੱਲਾਂ ਪਹਿਲਾਂ ਹੀ ਨਹੀਂ ਸਨ ਹੋਣ ਦੇਣਾ ਚਾਹੁੰਦੀਆਂ। ਰਾਣੀ ਜਿੰਦਾ ਬਾਕੀ ਰਾਣੀਆਂ ਬਰਾਬਰ ਜਾ ਬੈਠੀ ਸੀ। ਮੰਗਲਾ ਨੇ ਮੋਤੀਆਂ ਨੂੰ ਰਾਣੀ ਦੇ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ ਹੋਇਆ ਸੀ ਤਾਂ ਜੋ ਰਾਣੀ ਜਿੰਦਾ ਨੂੰ ਸਹਾਰਾ ਰਹੇ। ਉਸ ਨੇ ਆਪ ਤਾਂ ਸ਼ਹਿਜ਼ਾਦੇ ਨੂੰ ਸੰਭਾਲਣਾ ਸੀ। ਅੰਤਮ ਵਿਦਾਇਗੀ ਦੀ ਤੇ ਸੰਸਕਾਰ ਦੀ ਤਿਆਰੀ ਜ਼ੋਰਾਂ ਤੇ ਸੀ। ਸਰਕਾਰ ਦੇ ਦੋਸਤ ਪੁੱਜ ਰਹੇ ਸਨ। ਸਿੱਖ ਸਰਦਾਰ, ਇਲਾਕੇ ਦੇ ਰਈਸ ਤੇ ਜਗੀਰਦਾਰ ਵੀ ਸਰਕਾਰ ਦੀ ਆਖਰੀ ਯਾਤਰਾ ਵਿੱਚ ਸ਼ਾਮਲ ਹੋ ਗਏ। ਸਰਕਾਰ ਦੇ ਵਿਸ਼ੇਸ਼ ਦੋਸਤ ਫਰੰਗੀ ਵੀ ਤੇ ਹੋਰ ਬਹੁਤ ਸਾਰੇ ਵਿਦੇਸ਼ੀ ਵੀ। ਕੁਝ ਤਾਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਏ ਸਨ ਤੇ ਕੁਝ ਨਿੱਜੀ ਤੌਰ ਤੇ ਆਪਣੇ ਆਪ ਹੀ ਆ ਗਏ। ਬਹੁਤ ਸਾਰੇ ਲੋਕ ਹੋਰ ਵੀ ਰੋਸ਼ਨੀ ਦਰਵਾਜ਼ੇ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਸਾਰੀਆਂ ਔਰਤਾਂ ਕਿਲੇ ਦੇ ਇੱਕ ਵੱਡੇ ਹਾਲ ਵਿੱਚ ਬੈਠੀਆਂ ਸਨ ਜਿੱਥੇ ਸਰਕਾਰ ਦੀ ਦੇਹ ਪਈ ਸੀ। ਸਰਕਾਰ ਦਾ ਜਨਾਜ਼ਾ ਪੂਰੀਆਂ ਸ਼ਾਹੀ ਰਸਮਾਂ ਨਾਲ ਸ਼ਾਹੀ ਕਿਲੇ ਵਿੱਚੋਂ ਨਿਕਲਿਆ। ਇਹ ਸਫ਼ਰ ਲੰਮਾ ਨਹੀਂ ਸੀ। 5 ਗ੍ਰੰਥੀ ਪਾਠ ਕਰਦੇ ਜਾ ਰਹੇ ਸਨ। ਉਹਨਾਂ ਦੇ ਮਗਰ ਜਨੇਊ ਪਾਈ ਨੰਗੇ ਸਰੀਰਾਂ ਤੇ ਗੰਜੇ ਸਿਰਾਂ ਵਾਲੇ ਬ੍ਰਾਹਮਣ ਮੰਤਰ ਪੜ੍ਹਦੇ ਜਾ ਰਹੇ ਸਨ ਤੇ ਉਹਨਾਂ ਦੇ ਮਗਰ ਹੀ ਮੌਲਵੀ ਕੁਰਾਨ ਦੀਆਂ ਆਇਤਾਂ ਦਾ ਪਾਠ ਕਰ ਰਹੇ ਸਨ। ਉਹਨਾਂ ਦੇ ਮਗਰ ਸਰਕਾਰ ਦਾ ਜਨਾਜ਼ਾ ਤੇ ਉਸ ਦੇ ਮਗਰ ਸਤੀ ਹੋਣ ਜਾ ਰਹੀਆਂ ਰਾਣੀਆਂ ਤੇ ਰਾਣੀਆਂ ਦੇ ਨਾਲ ਉਹਨਾਂ ਦੀਆਂ ਗੋਲੀਆਂ। ਇਹਨਾਂ ਸਭ ਮਗਰ ਡੋਗਰੇ ਰਾਜੇ ਤੇ ਸਿੱਖ ਸਰਦਾਰ ਤੇ ਹੋਰ ਜਗੀਰਦਾਰ, ਪਤਵੰਤੇ ਲੋਕ ਤੇ ਬਾਹਰੋਂ ਆਏ ਹੋਏ ਅਨੇਕਾਂ ਮਹਿਮਾਨ। ਗੁਰਦੁਆਰਾ ਡੇਰਾ ਸਾਹਿਬ ਤੇ ਰੋਸ਼ਨੀ ਦਰਵਾਜ਼ਾ ਲੰਘ ਕੇ ਖੱਬੇ ਹੱਥ ਚੰਦਨ ਦੀ ਚਿਤਾ ਸਜਾਈ ਹੋਈ ਸੀ। ਚਾਰੇ ਰਾਣੀਆਂ ਚਿਤਾ ਤੇ ਚੜ ਗਈਆਂ। ਰਾਣੀ ਗੁੱਡਾ, ਰਾਣੀ ਹਰਦੇਵੀ, ਰਾਣੀ ਰਾਜਕੰਵਰ ਤੇ ਰਾਣੀ ਬਨਾਲੀ। ਸਾਰੀਆਂ ਦੀਆਂ ਸਾਰੀਆਂ ਸੋਨੇ, ਚਾਂਦੀ, ਹੀਰੇ ਮੋਤੀਆਂ ਨਾਲ ਲੱਦੀਆਂ ਹੋਈਆਂ। ਇਹਨਾਂ ਦੇ ਨਾਲ ਹੀ 7 ਗੋਲੀਆਂ ਵੀ ਸਨ ਜਿਨ੍ਹਾਂ ਨੂੰ ਨਾ ਕੋਈ ਜਾਣਦਾ ਸੀ ਤੇ ਨਾ ਹੀ ਕੋਈ ਪਛਾਣਦਾ ਸੀ। ਇਹਨਾਂ ਦੇ ਨਾਵਾਂ ਦਾ ਕਿਸੇ ਨੂੰ ਪਤਾ ਕੀ ਹੋ ਸਕਦਾ ਹੈ। ਮਹਿੰਦਾ ਤੇ ਸਿੰਧਾ ਵੀ ਹਜ਼ਾਰਾਂ ਲੋਕਾਂ ਵਿੱਚ ਸ਼ਾਮਲ ਸਨ। ਇਹਨਾਂ ਔਰਤਾਂ ਨੂੰ ਚਿਤਾ ਵਿੱਚ ਬੈਠਦਿਆਂ ਦੇਖ ਮਹਿੰਦਾ ਕਹਿਣ ਲੱਗਿਆ, ਸਿੰਧਿਆ, ਦੇਖ ਕੁਰਬਾਨੀ ਦੇਣ ਲਈ ਕਿੰਨਾ ਮਹਿਣ ਇਕੱਠਾ ਕਰ ਲਿਆ। ਮਰਾਸੀਆ, ਸਰਕਾਰ ਤਾਂ ਸਰਕਾਰ ਸੀ, ਵੱਡੇ ਬੰਦਿਆਂ ਦੀਆਂ ਵੱਡੀਆਂ ਗੱਲਾਂ। ਉਹ ਤਾਂ ਤੇਰੀ ਗੱਲ ਠੀਕ ਏ, ਪਰ ਆਹ ਗਰੀਬੜੀਆਂ ਦਾ ਕੀ ਕਸੂਰ ਸੀ? ਹੌਲੀ ਬੋਲ, ਕਿਤੇ ਢੂਆ ਨਾ ਕਟਵਾ ਬੈਠੀ। ਸਿੰਧੇ ਨੇ ਆਪਣੇ ਭਰਾ ਨੂੰ ਚੁੱਪ ਕਰਾਉਂਦਿਆਂ ਆਖਿਆ। ਅੰਤਮ ਸਮੇਂ ਸਰਕਾਰ ਦੀ ਛਾਤੀ ਉੱਪਰ ਹੱਥ ਰੱਖ ਕੇ ਸ਼ਹਿਜ਼ਾਦਾ ਖੜਕ ਸਿੰਘ ਨੇ ਆਪਣੇ ਕੰਮ ਪ੍ਰਤੀ, ਆਪਣੇ ਲੋਕਾਂ ਪ੍ਰਤੀ ਤੇ ਦੇਸ਼ ਪ੍ਰਤੀ ਵਫਾਦਾਰੀ ਦੀ ਸਹੁੰ ਖਾਧੀ। ਰਾਣੀ ਗੁੱਡਾ ਨੇ ਖੜਕ ਸਿੰਘ ਦਾ ਹੱਥ ਰਾਜਾ ਧਿਆਨ ਸਿੰਘ ਦੇ ਹੱਥ ਵਿੱਚ ਫੜਾ ਦਿੱਤਾ। ਫਿਰ ਚਿਤਾ ਦੇ ਚਾਰੇ ਪਾਸੇ ਸੰਦਲ ਦੀ ਲੱਕੜੀ ਦੀ ਸੰਘਣੀ ਦੀਵਾਰ ਬਣਾ ਦਿੱਤੀ ਗਈ, ਇੰਨੀ ਸੰਘਣੀ ਕਿ ਕਿਸੇ ਦੀ ਚੀਖ ਤੱਕ ਬਾਹਰ ਨਾ ਸੁਣੇ। ਤੋਪਚੀਆਂ ਨੇ ਤੋਪਾਂ ਚਲਾ ਕੇ ਆਪਣੀ ਸਰਕਾਰ ਨੂੰ ਆਖਰੀ ਸਲਾਮੀ ਦਿੱਤੀ। ਖੜਕ ਸਿੰਘ ਨੇ ਚਿਤਾ ਨੂੰ ਇੱਕ ਖੂੰਜੇ ਤੋਂ ਅੱਗ ਲਗਾਈ। ਕੁਝ ਪਲਾਂ ਵਿੱਚ ਹੀ ਅੱਗ ਸਾਰੀ ਚਿਤਾ ਵਿੱਚ ਫੈਲ ਗਈ ਤੇ ਅੱਗ ਆਪਣੀ ਆਦਤ ਮੁਤਾਬਕ ਫੜ-ਫੜ ਦੀ ਆਵਾਜ਼ ਕਰਨ ਲੱਗੀ ਤੇ ਸਭ ਕੁਝ ਜਲ ਕੇ ਸੁਆਹ ਹੋਣ ਲੱਗਿਆ।
ਸਾਰੇ ਸਰਦਾਰਾਂ ਨੇ ਆਪਣੀਆਂ ਪੱਗਾਂ ਲਾ ਕੇ ਚਿਤਾ ਵਿੱਚ ਸੁੱਟ ਦਿੱਤੀਆਂ। ਚਿਤਾ ਵਿੱਚੋਂ ਉੱਠਦੇ ਧੂਏ ਨੇ ਬੱਦਲ ਰਾਵੀ ਉੱਪਰੋਂ ਦੀ ਹੋ ਕੇ ਪਹਾੜਾਂ ਵੱਲ ਜਾਣ ਲੱਗੇ। ਕਬੂਤਰਾਂ ਦੇ ਇੱਕ ਜੋੜੇ ਨੇ ਗਲਤੀ ਨਾਲ ਉਡਾਰੀ ਭਰੀ ਕਿ ਚਿਤਾ ਵੱਲ ਆ ਗਿਆ। ਚਿਤਾ ਦਾ ਇੰਨਾ ਸੇਕ ਸੀ ਕਿ ਪੰਛੀ ਲੂ ਹੋ ਕੇ ਚਿਤਾ ਵਿੱਚ ਹੀ ਆ ਡਿੱਗੇ ਤੇ ਨਾਲ ਹੀ ਸੜ ਕੇ ਸੁਆਹ ਹੋ ਗਏ। ਲੋਕਾਂ ਦੀਆਂ ਇਹਨਾਂ ਪੰਛੀਆਂ ਬਾਰੇ ਕਈ ਕਹਾਣੀਆਂ ਘੜਨ ਲੱਗੇ। ਕਈ ਲੋਕ ਤਾਂ ਬਹੁਤ ਹੀ ਭਾਵੁਕ ਹੋ ਰਹੇ ਸਨ। ਰਾਜਾ ਧਿਆਨ ਸਿੰਘ ਧਾਹਾਂ ਮਾਰ ਰਿਹਾ ਸੀ। ਉਹ ਕਹਿੰਦਾ ਜਾ ਰਿਹਾ ਸੀ ਕਿ ਸਰਕਾਰ ਬਿਨਾਂ ਉਹ ਜੀ ਨਹੀਂ ਸਕੇਗਾ। ਉਸਨੇ 3 ਵਾਰ ਚਿਤਾ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਸਦੇ ਵੱਡੇ ਭਰਾ ਗੁਲਾਬ ਸਿੰਘ ਨੇ ਉਸਨੂੰ ਬਹੁਤ ਮੁਸ਼ਕਲ ਨਾਲ ਰੋਕਿਆ। ਮਹੀਂਦਾ ਤੇ ਸਿੰਧਾ ਵੀ ਹਜ਼ਾਰਾਂ ਲੋਕਾਂ ਵਿੱਚ ਸ਼ਾਮਲ ਸਨ। ਇਸ ਮੌਕੇ ਦੀਆਂ ਕਈ ਕਹਾਣੀਆਂ ਬਣਨ ਲੱਗੀਆਂ। ਕੋਈ ਆਖਦਾ ਕਿ ਸਰਕਾਰ ਦੇ ਵਿਯੋਗ ਵਿੱਚ ਆਲੇ ਦੁਆਲੇ ਦੇ ਦਰਖਤ ਸੁੱਕ ਗਏ ਹਨ। ਕੋਈ ਕਹਿੰਦਾ ਚਿਤਾ ਵਿੱਚ ਬੈਠੀਆਂ ਗੋਲੀਆਂ ਪੰਜਾਬ ਨੂੰ ਬਦਦੁਆ ਦਿੰਦੀਆਂ ਸਤੀਆਂ ਹੋਈਆਂ ਹਨ। ਕੋਈ ਕਹਿੰਦਾ ਕਿ ਚਿਤਾ ਵਿੱਚੋਂ ਕਿਸੇ ਨੇ ਸ਼ੇਰ ਸਿੰਘ ਨੂੰ ਆਵਾਜ਼ ਮਾਰੀ ਹੈ ਤੇ ਕੋਈ ਕੁਝ ਹੋਰ। ਸ਼ਹਿਜ਼ਾਦਾ ਸ਼ੇਰ ਸਿੰਘ ਅਜਿਹੇ ਮੌਕੇ ਤੇ ਕਿਉਂ ਸ਼ਾਮਲ ਨਹੀਂ ਹੋਇਆ? ਬਹੁਤ ਸਾਰਿਆਂ ਨੂੰ ਇਹ ਗੱਲ ਰੜਕ ਰਹੀ ਸੀ। ਅੰਦਾਜ਼ਾ ਇਹੋ ਲਾਇਆ ਜਾ ਰਿਹਾ ਸੀ ਕਿ ਉਹ ਸ਼ਰਾਬ ਪੀ ਕੇ ਸੁੱਤਾ ਪਿਆ ਹੋਵੇਗਾ ਜਾਂ ਕੋਈ ਨਵੀਂ ਔਰਤ ਮਿਲ ਗਈ ਹੋਣੀ ਹੈ। ਸਿੱਖ ਸਰਦਾਰਾਂ ਨੇ ਇਸ ਗੱਲ ਦਾ ਕੁਝ ਇਤਰਾਜ਼ ਵੀ ਕੀਤਾ, ਪਰ ਬਾਅਦ ਵਿੱਚ ਜਾ ਕੇ ਗੱਲ ਸਾਫ਼ ਹੋਈ ਕਿ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਨਾਂ ਆਉਣ ਦਾ ਕੀ ਕਾਰਨ ਸੀ। ਅਸਲ ਵਿੱਚ ਸ਼ਹਿਜ਼ਾਦਾ ਖੜਕ ਸਿੰਘ ਤੇ ਰਾਜਾ ਧਿਆਨ ਸਿੰਘ ਨੂੰ ਲੱਗ ਰਿਹਾ ਸੀ ਕਿ ਸ਼ੇਰ ਸਿੰਘ ਗੱਦੀ ਦਾ ਦਾਅਵੇਦਾਰ ਬਣ ਸਕਦਾ ਹੈ। ਇਹ ਸੱਚ ਵੀ ਸੀ ਕਿ ਸ਼ੇਰ ਸਿੰਘ ਖੜਕ ਸਿੰਘ ਨਾਲੋਂ ਕਿਤੇ ਵੱਧ ਕਾਬਲ ਰਾਜਾ ਬਣ ਸਕਦਾ ਸੀ। ਉਸਨੇ ਕਈ ਲੜਾਈਆਂ ਵੀ ਲੜੀਆਂ ਸਨ ਤੇ ਆਪਣੀ ਬਹਾਦਰੀ ਦਾ ਸਬੂਤ ਵੀ ਦਿੱਤਾ ਸੀ। ਕਈ ਮੁਹਿੰਮਾਂ ਦੀ ਉਸਨੇ ਅਗਵਾਈ ਕੀਤੀ ਸੀ। ਇਸ ਲਈ ਖਾਲਸਾ ਫੌਜ ਵਿੱਚ ਵੀ ਉਹ ਪਸੰਦ ਕੀਤਾ ਜਾਂਦਾ ਸੀ। ਅਸਲ ਵਿੱਚ ਤਾਂ ਖਾਲਸਾ ਫੌਜ ਚਾਹੁੰਦੀ ਸੀ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ, ਪਰ ਸਰਕਾਰ ਦੀ ਕੀਤੀ ਤੇ ਕਹੀ ਨੂੰ ਉਹ ਉਲੱਦਣਾ ਨਹੀਂ ਸੀ ਚਾਹੁੰਦੇ। ਇਹੋ ਸੋਚ ਕੇ ਹੀ ਰਾਜਾ ਧਿਆਨ ਸਿੰਘ ਨੇ ਨਵੇਂ ਸ਼ਹਿਜ਼ਾਦਾ ਖੜਕ ਸਿੰਘ ਨੂੰ ਕਿਹਾ ਸੀ, ਟਿੱਕਾ ਸਾਹਿਬ, ਹਾਲੇ ਵੀ ਸ਼ੇਰ ਸਿੰਘ ਤੁਹਾਡੇ ਮੁਕਾਬਲੇ ਤੇ ਆ ਗਿਆ ਤਾਂ ਉਹ ਮਹਾਰਾਜਾ ਬਣ ਜਾਵੇਗਾ। ਹਾਲਾਤ ਉਸ ਦੇ ਹੱਕ ਵਿੱਚ ਜਾਂਦੇ ਨੇ। ਇਸ ਬਾਰੇ ਸਾਵਧਾਨ ਹੋਣ ਦੀ ਲੋੜ ਏ। ਉਸ ਕੋਲ ਨਿੱਜੀ ਫੌਜ ਵੀ ਏ। ਰਾਜਾ ਜੀ, ਹੁਣ ਆਪਾਂ ਇਕੱਠਿਆਂ ਕੰਮ ਕਰਨਾ ਏ ਤਾਂ ਇਸ ਬਾਰੇ ਤੁਸੀਂ ਸੋਚੋ। ਸਰਕਾਰ ਦੀ ਖਬਰ ਨੂੰ ਆਏ ਨੂੰ ਹੀ ਸ਼ੇਰ ਸਿੰਘ ਨੂੰ ਕੈਦ ਕਰ ਲਿਆ ਜਾਵੇ। ਇਹੋ ਖਬਰ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਦੋਸਤ ਸਰਦਾਰਾਂ ਨੂੰ ਮਿਲ ਗਈ ਤੇ ਉਹਨਾਂ ਨੇ ਉਸੇ ਵੇਲੇ ਹੀ ਸ਼ੇਰ ਸਿੰਘ ਨੂੰ ਲਾਹੌਰ ਆਉਣ ਤੋਂ ਮਨਾ ਕਰ ਦਿੱਤਾ। ਜਦ ਧਿਆਨ ਸਿੰਘ ਨੇ ਸਰਕਾਰ ਦੀ ਮੌਤ ਬਾਰੇ ਵੀ ਸੁਨੇਹਾ ਭੇਜਿਆ ਤਾਂ ਸ਼ੇਰ ਸਿੰਘ ਦਾ ਇਹੋ ਉੱਤਰ ਸੀ ਕਿ ਪਹਿਲਾਂ ਇਹ ਯਕੀਨ ਦਿਵਾਇਆ ਜਾਵੇ ਕਿ ਉਸ ਨੂੰ ਕੈਦ ਨਹੀਂ ਕੀਤਾ ਜਾਵੇਗਾ। ਸ਼ੇਰ ਸਿੰਘ ਆਪਣੀ ਜਗੀਰ ਬਟਾਲੇ ਦੇ ਇਲਾਕੇ ਵਿੱਚ ਰਹਿ ਕੇ ਵਧੇਰੇ ਖੁਸ਼ ਸੀ। ਅੰਦਰ ਖਾਤੇ ਸਿੰਧਾ ਵਾਲਿਆਂ ਦੇ ਇਰਾਦਿਆਂ ਤੋਂ ਵੀ ਜਾਣੂ ਸੀ। ਧਿਆਨ ਸਿੰਘ ਵੱਲੋਂ ਕੋਈ ਵੀ ਮਹਾਰਾਜਾ ਬਣੇ ਵਜ਼ੀਰੀ ਉਸ ਨੂੰ ਚਾਹੀਦੀ ਸੀ। ਵਜ਼ੀਰੀ ਕਰਦਿਆਂ ਉਸ ਦੀ ਮਨਮਰਜ਼ੀ ਚੱਲਣੀ ਚਾਹੀਦੀ ਸੀ। ਸੋ ਸ਼ਹਿਜ਼ਾਦਾ ਖੜਕ ਸਿੰਘ ਉਸ ਦੇ ਪੰਜੇ ਵਿੱਚ ਹੈ ਹੀ ਸੀ। ਫਿਰ ਕਾਫੀ ਦਿਨ ਬਾਅਦ ਜਦ ਧਿਆਨ ਸਿੰਘ ਨੂੰ ਯਕੀਨ ਹੋ ਗਿਆ ਕਿ ਹੁਣ ਸ਼ਹਿਜ਼ਾਦਾ ਸ਼ੇਰ ਸਿੰਘ ਕੁਝ ਨਹੀਂ ਕਰ ਸਕੇਗਾ, ਖਾਲਸਾ ਫੌਜ ਨੇ ਵੀ ਸ਼ਹਿਜ਼ਾਦਾ ਖੜਕ ਸਿੰਘ ਨੂੰ ਮਹਾਰਾਜਾ ਮੰਨ ਲਿਆ ਹੈ, ਤਾਂ ਉਹ ਆਪ ਜਾ ਕੇ ਸ਼ੇਰ ਸਿੰਘ ਨੂੰ ਸਰਕਾਰ ਦੀਆਂ ਹੋਰ ਆਖਰੀ ਰਸਮਾਂ ਵਿੱਚ ਸ਼ਾਮਲ ਹੋਣ ਲਈ ਲਾਹੌਰ ਲੈ ਆਇਆ। ਉਸਨੇ ਮਹਾਰਾਜਾ ਖੜਕ ਸਿੰਘ ਨੂੰ ਕਹਿ ਕੇ ਸ਼ਹਿਜ਼ਾਦਾ ਸ਼ੇਰ ਸਿੰਘ ਦੀ ਜਗੀਰ ਵਿੱਚ 1 ਲੱਖ ਰੁਪਏ ਦਾ ਵਾਧਾ ਵੀ ਕਰਾ ਦਿੱਤਾ ਸੀ, ਜਿਸ ਨਾਲ ਉਸਨੇ ਸ਼ੇਰ ਸਿੰਘ ਦਾ ਦਿਲ ਵੀ ਜਿੱਤ ਲਿਆ। ਰਾਜਾ ਧਿਆਨ ਸਿੰਘ ਬਹੁਤ ਤੇਜ਼ ਦਿਮਾਗ ਬੰਦਾ ਸੀ। ਉਸ ਨੂੰ ਇਸ ਨਾਲ ਵਾਸਤਾ ਨਹੀਂ ਸੀ ਕਿ ਪੰਜਾਬ ਉੱਪਰ ਕਿਸ ਦੀ ਹਕੂਮਤ ਹੈ। ਉਸ ਨੂੰ ਸਿਰਫ ਇਹ ਸੀ ਕਿ ਵਜ਼ੀਰ ਉਹੀ ਹੋਣਾ ਚਾਹੀਦਾ ਹੈ। ਉਸਨੇ ਆਪਣੇ ਪੁੱਤਰ ਹੀਰਾ ਸਿੰਘ ਨੂੰ ਵੀ ਵਜ਼ੀਰ ਦੇ ਤੌਰ ਤੇ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਸੀ। ਰਾਜ ਕਿਵੇਂ ਚਲਾਉਣਾ ਹੈ ਇਹ ਸਿਰਫ ਧਿਆਨ ਸਿੰਘ ਹੀ ਜਾਣਦਾ ਸੀ, ਖੜਕ ਸਿੰਘ ਜਾਂ ਸ਼ੇਰ ਸਿੰਘ ਨਹੀਂ। ਧਿਆਨ ਸਿੰਘ ਤੋਂ ਬਾਅਦ ਹੀਰਾ ਸਿੰਘ ਹੁਣ ਸਮਝਣ ਲੱਗ ਪਿਆ ਸੀ। ਉਹ ਹਰ ਵੇਲੇ ਆਪਣੇ ਪਿਤਾ ਨਾਲ ਰਹਿ ਕੇ ਸਿੱਖਦਾ ਰਹਿੰਦਾ ਸੀ। ਰਾਜਾ ਧਿਆਨ ਸਿੰਘ ਸਮਝਦਾ ਸੀ ਕਿ ਅੱਜ ਖੜਕ ਸਿੰਘ ਹੈ ਤੇ ਕੱਲ ਨੂੰ ਸ਼ੇਰ ਸਿੰਘ ਵੀ ਹੋ ਸਕਦਾ ਹੈ, ਸੋ ਹਰ ਇੱਕ ਨੂੰ ਹੱਥ ਵਿੱਚ ਰੱਖਣ ਦੀ ਲੋੜ ਸੀ। ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਲਾਹੌਰ ਲਿਆ ਕੇ ਧਿਆਨ ਸਿੰਘ ਨੇ ਉਸ ਦਾ ਵਿਸ਼ਵਾਸ ਵੀ ਜਿੱਤ ਲਿਆ। ਸਾਰੇ ਪੰਜਾਬ ਵਿੱਚ 13 ਦਿਨ ਦਾ ਸੋਗ ਐਲਾਨ ਦਿੱਤਾ ਗਿਆ। ਹੁਣ ਤੱਕ ਦੇਸ਼ ਦੇ ਕੋਨੇ-ਕੋਨੇ ਤੱਕ ਸਰਕਾਰ ਦੇ ਚਲਾਣੇ ਦੀ ਖਬਰ ਫੈਲ ਚੁੱਕੀ ਸੀ। ਸਾਰੀਆਂ ਦੁਕਾਨਾਂ ਬੰਦ ਸਨ।
ਗੁਰਦੁਆਰਿਆਂ ਵਿੱਚ ਭੋਗ ਪਾਏ ਜਾ ਰਹੇ ਸਨ। ਮੰਦਰਾਂ ਵਿੱਚ ਵੀ ਸਰਕਾਰ ਦੀ ਰੂਹ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਲੋਕ ਸਰਕਾਰ ਦੀ ਚਿਤਾ ਨੂੰ ਮੱਥਾ ਟੇਕਣ ਆ ਰਹੇ ਸਨ। ਬਹੁਤ ਸਾਰੇ ਰੋਸ਼ਨੀ ਦਰਵਾਜ਼ੇ ਕੋਲ ਖੜੇ ਰੋਂਦੇ ਰਹਿੰਦੇ। ਤੀਜੇ ਦਿਨ ਚਿਤਾ ਠੰਡੀ ਹੋਈ ਤਾਂ ਸਾਰੇ ਅਸਤ ਚੁਗਣ ਲਈ ਇਕੱਠੇ ਹੋ ਗਏ। ਭਾਵੇਂ ਖੜਕ ਸਿੰਘ ਦੀ ਮਹਾਰਾਜਾ ਬਣਨ ਦੀ ਰਸਮ ਪੂਰੀ ਨਹੀਂ ਸੀ ਹੋਈ, ਪਰ ਉਹ ਮਹਾਰਾਜੇ ਵਾਲੇ ਫਰਜ਼ ਨਿਭਾਉਣ ਲੱਗ ਪਿਆ ਸੀ। ਹਿਰਨ ਦੀ ਖੱਲ ਦਾ ਇੱਕ ਥੈਲਾ ਬਣਾਇਆ ਗਿਆ। ਸਾਰੇ ਅਸਤੇ ਇਕੱਠੇ ਕਰਕੇ ਉਸ ਵਿੱਚ ਪਾਏ ਗਏ। ਇੱਕ ਵਿਸ਼ੇਸ਼ ਪਾਲਕੀ ਤਿਆਰ ਕਰਵਾਈ ਗਈ, ਜਿਸ ਵਿੱਚ ਇਹ ਅਸਤ ਹਰਿਦੁਆਰ ਲੈ ਕੇ ਜਾਣੇ ਸਨ। ਅਸਤਾਂ ਵਾਲੀ ਪਾਲਕੀ ਨੂੰ ਇੱਕ ਵਾਰ ਫਿਰ ਤੋਪਾਂ ਦੀ ਸਲਾਮੀ ਦਿੱਤੀ ਗਈ। ਸਾਰੀ ਫੌਜ ਰਾਹ ਵਿੱਚ ਪੰਕਤੀਆਂ ਬਣਾ ਕੇ ਆਪਣੇ ਹਥਿਆਰ ਉਲਟੇ ਕਰਕੇ ਖੜ ਗਈ। ਆਪਣੀ ਸਰਕਾਰ ਨੂੰ ਆਖਰੀ ਅਲਵਿਦਾ ਆਖਦੀ ਲਗਭਗ ਸਾਰੀ ਫੌਜ ਹੀ ਰੋ ਰਹੀ ਸੀ। ਖੜਕ ਸਿੰਘ ਅਸਤ ਪਾਉਣ ਲਈ ਹਰਿਦੁਆਰ ਲਈ ਤੁਰ ਪਿਆ। ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਲਾਹੌਰ ਆਉਣਾ ਚੰਗਾ ਲੱਗਿਆ। ਉਸ ਦੇ ਮਨ ਵਿੱਚ ਕਈ ਸੁਪਨਿਆਂ ਨੇ ਜਨਮ ਲੈ ਲਿਆ। ਉਸ ਦੇ ਚਾਪਲੂਸ ਵਾਰ-ਵਾਰ ਉਸ ਨੂੰ ਯਾਦ ਕਰਾ ਰਹੇ ਸਨ ਕਿ ਖੜਕ ਸਿੰਘ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ ਸੀ। ਮਹਾਰਾਜਾ ਉਸ ਨੂੰ ਹੀ ਬਣਨਾ ਚਾਹੀਦਾ ਸੀ। ਉਸ ਨੇ ਪੰਜਾਬ ਦਾ ਦੌਰਾ ਕੀਤਾ ਤੇ ਆਪਣੇ ਹੱਕ ਵਿੱਚ ਲੋਕਾਂ ਨੂੰ ਜਾਗਰਤ ਕਰਨਾ ਸ਼ੁਰੂ ਕਰ ਦਿੱਤਾ। ਉਹ ਕਾਂਗੜੇ ਤੱਕ ਗਿਆ ਤੇ ਸਤਲੁਜ ਤੋਂ ਪਾਰ ਅੰਗਰੇਜ਼ਾਂ ਤੱਕ ਵੀ। ਲਾਹੌਰ ਦੇ ਤਖਤ ਉੱਪਰ ਅੱਖ ਤਾਂ ਖੜਕ ਸਿੰਘ ਦੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਦੀ ਵੀ ਸੀ। ਕੰਵਰ ਨੌ ਨਿਹਾਲ ਸਿੰਘ ਇੱਕ ਬਹੁਤ ਹੀ ਜਾਨਬਾਜ਼ ਸਿਪਾਹੀ ਸੀ। ਪਿਸ਼ਾਵਰ ਵਿੱਚ ਉਸ ਦੀ ਬਹੁਤ ਧਾਕ ਸੀ। ਅੰਗਰੇਜ਼ ਵੀ ਉਸ ਦੀ ਬਹਾਦਰੀ ਦੀਆਂ ਸਿਫਤਾਂ ਕਰਦੇ ਸਨ। ਉਹ ਜਰਨੈਲ ਹਰੀ ਸਿੰਘ ਨਲੂਏ ਦਾ ਚੰਡਿਆ ਹੋਇਆ ਸਿਪਾਹੀ ਸੀ। ਭਾਵੇਂ ਹਾਲੇ ਉਸ ਦੀ ਉਮਰ ਬਹੁਤੀ ਨਹੀਂ ਸੀ, ਪਰ ਉਹ ਆਪਣੀ ਉਮਰ ਤੋਂ ਕਈ ਵੱਡੇ ਕਾਰਨਾਮੇ ਉਸਨੇ ਕੀਤੇ ਸਨ। ਬਹੁਤ ਸਾਰੇ ਲੋਕ ਕਿਹਾ ਕਰਦੇ ਸੀ ਕਿ ਉਹ ਹੀ ਪੰਜਾਬ ਦੇ ਤਖਤ ਦਾ ਅਸਲੀ ਹੱਕਦਾਰ ਹੈ। ਜੇ ਸਰਕਾਰ ਅੰਤਮ ਵੇਲੇ ਤੱਕ ਪੂਰੀ ਹੋਸ਼ ਵਿੱਚ ਹੁੰਦੇ ਤਾਂ ਸ਼ਾਇਦ ਉਹਨਾਂ ਦੀ ਹੀ ਚੋਣ ਹੁੰਦੀ। ਨੌ ਨਿਹਾਲ ਸਿੰਘ ਨੇ ਵੀ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਸਨ। ਉਹ ਸਿੱਧਾ ਤਾਂ ਗੱਦੀ ਤੇ ਬੈਠ ਨਹੀਂ ਸੀ ਸਕਦਾ। ਖੜਕ ਸਿੰਘ ਰਾਹੀਂ ਹੀ ਗੱਦੀ ਤੱਕ ਪੁੱਜਿਆ ਜਾ ਸਕਦਾ ਸੀ। ਸਰਕਾਰ ਦੇ ਸੰਸਕਾਰ ਤੋਂ ਬਾਅਦ ਹੀ ਕੰਵਰ ਨੌ ਨਿਹਾਲ ਨੂੰ ਪਿਸ਼ਾਵਰ ਖਾਸ ਮੁਹਿੰਮ ਤੇ ਜਾਣ ਦਾ ਸੱਦਾ ਆ ਗਿਆ। ਜਾਂਦਾ ਹੋਇਆ ਉਹ ਹਿਦਾਇਤ ਕਰ ਗਿਆ ਕਿ ਉਸ ਦੇ ਆਉਣ ਤੇ ਹੀ ਖੜਕ ਸਿੰਘ ਨੂੰ ਸਿੰਘਾਸਨ ਤੇ ਬਿਠਾਉਣ ਦੀ ਰਸਮ ਕੀਤੀ ਜਾਵੇ। ਕੰਵਰ ਨੌ ਨਿਹਾਲ ਸਿੰਘ ਦੀ ਇਸ ਹਦਾਇਤ ਤੇ ਸਾਰੇ ਹੀ ਡੋਗਰੇ ਇੱਕ ਦੂਜੇ ਵੱਲ ਦੇਖਦੇ ਸੋਚਣ ਲੱਗੇ ਸਨ। ਸਾਰੇ ਆਪੋ ਆਪਣੀ ਜਗ੍ਹਾ ਫਿਕਰਮੰਦ ਸਨ। ਗੁਲਾਬ ਸਿੰਘ ਨੂੰ ਕਸ਼ਮੀਰ ਦਾ ਫਿਕਰ ਸੀ, ਜਿਸ ਉੱਪਰ ਉਹ ਪੱਕੇ ਤੌਰ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਰਾਜਾ ਧਿਆਨ ਸਿੰਘ ਨੂੰ ਆਪਣੀ ਵਜ਼ੀਰੀ ਦਾ ਸੀ, ਪਰ ਸੁਚੇਤ ਸਿੰਘ ਨੂੰ ਰਾਣੀ ਜਿੰਦਾਂ ਦਾ ਫਿਕਰ ਸੀ। ਮੌਕਾ ਮਿਲਦੇ ਹੀ ਉਹ ਰਾਣੀ ਜਿੰਦਾਂ ਨਾਲ ਮੁਲਾਕਾਤ ਕਰਨ ਸੁਮਨ ਬੁਰਜ ਦੇ ਜਨਾਨੇ ਖਾਨੇ ਵਿੱਚ ਗਿਆ। ਆਮ ਤੌਰ ਤੇ ਉਹ ਆਉਂਦਾ ਤਾਂ ਗੋਲੀਆਂ ਥੋੜੀ ਦੂਰ ਹੋ ਕੇ ਖੜ ਜਾਂਦੀਆਂ। ਉਸਨੇ ਕਾਫੀ ਸਾਰੀਆਂ ਗੱਲਾਂ ਰਾਣੀ ਜਿੰਦਾਂ ਨਾਲ ਕਰਨੀਆਂ ਹੁੰਦੀਆਂ ਸਨ, ਪਰ ਉਸ ਦਿਨ ਮੋਤੀਆ ਉਹਨਾਂ ਦੇ ਨਜ਼ਦੀਕ ਹੀ ਖੜੀ ਰਹੀ। ਰਾਜਾ ਸੁਚੇਤ ਸਿੰਘ ਨੇ ਕਿਹਾ, ਮਾਈ ਜੀ, ਪੰਜਾਬ ਦੇ ਹਾਲਾਤ ਠੀਕ ਨਹੀਂ, ਲੱਗਦਾ ਏ ਕੁਝ ਗਲਤ ਹੋਣ ਵਾਲਾ ਏ। ਸ਼ਹਿਜ਼ਾਦਾ ਸ਼ੇਰ ਸਿੰਘ ਆਪਣੇ ਹੱਕ ਵਿੱਚ ਲੋਕ ਇਕੱਠੇ ਕਰ ਰਿਹਾ ਏ। ਕੰਵਰ ਨੌ ਨਿਹਾਲ ਸਿੰਘ ਦੇ ਚਾਲੇ ਵੀ ਠੀਕ ਨਹੀਂ ਜਾਪਦੇ ਤੇ ਮਹਾਰਾਜਾ ਖੜਕ ਸਿੰਘ ਤਾਂ ਜਦੋਂ ਨਸ਼ੇ ਵਿੱਚ ਹੁੰਦੇ ਨੇ, ਉਹਨਾਂ ਦਾ ਪਤਾ ਨਹੀਂ ਹੁੰਦਾ ਕਿ ਕੀ ਕਰ ਦੇਣ, ਕਿਹੜਾ ਗਲਤ ਕਦਮ ਚੁੱਕ ਲੈਣ, ਮੂੰਹੋਂ ਕਿਹੜਾ ਹੁਕਮ ਸੁਣਾ ਦੇਣ। ਰਾਜਾ ਜੀ, ਜੋ ਸਤਿਗੁਰ ਨੂੰ ਮਨਜ਼ੂਰ, ਸਾਨੂੰ ਤਾਂ ਸ਼ਹਿਜ਼ਾਦੇ ਦਲੀਪ ਸਿੰਘ ਦਾ ਬਹੁਤ ਫਿਕਰ ਏ। ਆਪਸ ਵਿੱਚ ਲੜਦੇ ਇਹਦੇ ਦੁਸ਼ਮਣ ਹੀ ਨਾ ਬਣ ਜਾਣ। ਐਵੇਂ ਨਹੀਂ ਹੋਵੇਗੀ ਜਦ ਤੱਕ ਮੈਂ ਹਾਂ। ਪੰਜਾਬ ਵਿੱਚ ਡੋਗਰੇ ਨੇ। ਸ਼ਹਿਜ਼ਾਦਾ ਦਲੀਪ ਸਿੰਘ ਦੀ ਹਵਾ ਵੱਲ ਵੀ ਨਹੀਂ ਕੋਈ ਦੇਖ ਸਕਦਾ। ਪਰ ਰਾਜਾ ਜੀ, ਹਵਾ ਇੰਨੀ ਭੈੜੀ ਵਗੀ ਹੋਈ ਹੈ ਕਿ ਮਾਈ ਜੀ, ਮੈਂ ਇੱਕ ਤਜਵੀਜ਼ ਲੈ ਕੇ ਆਇਆ ਹਾਂ। ਤਜਵੀਜ਼ ਨਹੀਂ, ਬਲਕਿ ਇੱਕ ਗੁਜ਼ਾਰਿਸ਼ ਹੈ, ਬੇਨਤੀ ਹੈ। ਸਰਕਾਰ ਵੱਲੋਂ ਲਾਈ ਜ਼ਿੰਮੇਵਾਰੀ ਅਨੁਸਾਰ ਮੈਂ ਚਾਹੁੰਦਾ ਵੀ ਇਹੋ ਹਾਂ ਕਿ ਤੁਸੀਂ ਹੁਣ ਇੱਥੇ ਲਾਹੌਰ ਵਿੱਚ ਨਹੀਂ ਰਹੋਗੇ। ਰਾਣੀ ਜਿੰਦਾਂ ਸੋਚਾਂ ਵਿੱਚ ਪੈ ਗਈ ਕਿ ਰਾਜਾ ਸੁਚੇਤ ਸਿੰਘ ਕੀ ਕਹਿ ਰਿਹਾ ਸੀ। ਜੇ ਉਹ ਲਾਹੌਰ ਵਿੱਚ ਨਹੀਂ ਰਹੇਗੀ ਤਾਂ ਜਾਵੇਗੀ ਕਿੱਥੇ? ਉਸ ਦੇ ਮਾਪੇ ਤਾਂ ਪਹਿਲਾਂ ਹੀ ਕਮਜ਼ੋਰ ਜਿਹੇ ਲੋਕ ਸਨ। ਉਸ ਦੀ ਮਦਦ ਕੌਣ ਕਰੇਗਾ? ਕਿੱਥੇ ਸੁਮਨ ਬੁਰਜ ਦੇ ਜਨਾਨੇ ਖਾਨੇ ਵਿੱਚ ਜਿਸ ਦਾ ਦਿਲ ਕਰੇ ਮੂੰਹ ਚੁੱਕ ਕੇ ਆ ਵੜਦਾ ਹੈ, ਚਾਹੇ ਉਹ ਖੜਕ ਸਿੰਘ ਹੋਵੇ ਜਾਂ ਕੁੰਵਰ ਨੌ ਨਿਹਾਲ ਸਿੰਘ। ਉਸ ਨੂੰ ਸੋਚਾਂ ਵਿੱਚ ਪਈ ਦੇਖ ਕੇ ਮੋਤੀਆ ਨੇ ਹੌਲੇ ਜਿਹੇ ਰਾਣੀ ਦੇ ਕੰਨ ਵਿੱਚ ਕਿਹਾ, ਰਾਣੀ, ਇਹ ਵੇਲਾ ਤਖਤ ਤੋਂ ਦੂਰ ਜਾਣ ਦਾ ਨਹੀਂ। ਸਮਾਂ ਬੜਾ ਬਲਵਾਨ ਏ, ਤੁਹਾਡਾ ਵੀ ਹੱਕ ਓਨਾ ਹੀ ਹੈ ਜਿੰਨਾ ਬਾਕੀਆਂ ਦਾ।
ਰਾਜਾ ਸੁਚੇਤ ਸਿੰਘ ਨੂੰ ਇੱਕ ਗੋਲੀ ਦਾ ਰਾਣੀ ਜਿੰਦਾਂ ਦੇ ਕੰਨ ਵਿੱਚ ਇਵੇਂ ਗੱਲ ਕਰਨਾ ਚੰਗਾ ਨਾ ਲੱਗਿਆ, ਪਰ ਉਹ ਫਿਰ ਵੀ ਚੁੱਪ ਰਿਹਾ। ਉਸਨੇ ਰਾਣੀ ਜਿੰਦਾਂ ਨੂੰ ਆਪਣੇ ਦਿਲ ਦੀ ਗੱਲ ਕਹਿ ਲੈਣ ਦਿੱਤੀ। ਰਾਣੀ ਬੋਲੀ, ਰਾਜਾ ਜੀ, ਲਾਹੌਰ ਦਰਬਾਰ ਇੱਥੇ ਵੇ, ਤਖਤ ਇੱਥੇ ਵੇ, ਸਾਨੂੰ ਜੋ ਕੁਝ ਮਿਲਣਾ ਹੈ ਇੱਥੋਂ ਹੀ ਮਿਲਣਾ ਹੈ, ਤੇ ਇਸ ਜਗ੍ਹਾ ਨੂੰ ਛੱਡ ਕੇ ਅਸੀਂ ਕਿੱਥੇ ਜਾਵਾਂਗੇ। ਮਾਈ ਜੀ, ਮੈਂ ਸਾਰੀ ਗੱਲ ਸੋਚ ਰੱਖੀ ਹੈ। ਮੈਨੂੰ ਪਤਾ ਹੈ ਕਿ ਤੁਹਾਡਾ ਸਭ ਕੁਝ ਇੱਥੇ ਵੇ। ਮੈਂ ਤੁਹਾਡੇ ਸਭ ਕੁਝ ਦੀ ਰਖਵਾਲੀ ਕਰਨ ਲਈ ਜਿਉਵਾਂ। ਮਾਈ ਜੀ, ਮੈਂ ਆਪਣੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮ ਖਾਂਦਾ ਹਾਂ ਕਿ ਆਖਰੀ ਦਮ ਤੱਕ ਤੁਹਾਡੇ ਤੇ ਕੁੰਵਰ ਦਲੀਪ ਸਿੰਘ ਲਈ ਵਫਾਦਾਰ ਰਹਾਂਗਾ। ਪਰ ਇਸ ਵੇਲੇ ਤੁਸੀਂ ਸਾਡੀ ਜੰਮੂ ਵਾਲੀ ਹਵੇਲੀ ਵਿੱਚ ਚਲੇ ਜਾਓ। ਉੱਥੇ ਰਹਿ ਕੇ ਸਹੀ ਸਮੇਂ ਦੀ ਉਡੀਕ ਕਰੋ। ਇਸ ਘੁਟਨ ਭਰੇ ਤੇ ਖਤਰਨਾਕ ਮਾਹੌਲ ਤੋਂ ਦੂਰ ਰਹਿ ਕੇ ਸ਼ਹਿਜ਼ਾਦਾ ਦਲੀਪ ਸਿੰਘ ਦੀ ਪਰਵਰਿਸ਼ ਕਰੋ। ਜੰਮੂ ਤਾਂ ਲਾਹੌਰ ਤੋਂ ਬਹੁਤ ਦੂਰ ਪਵੇਗਾ। 3 ਦਿਨ ਦਾ ਰਾਹ ਏ। ਘੋੜੇ ਚੰਗੇ ਹੋਣ ਤਾਂ 2 ਦਿਨ ਦਾ, ਪਰ ਤੁਸੀਂ ਇਸ ਬਾਰੇ ਫਿਕਰ ਨਾ ਕਰੋ। ਤੁਹਾਨੂੰ ਲਾਹੌਰ ਦੀ ਹਰ ਖਬਰ ਮਿਲਦੀ ਰਹੇਗੀ। ਮੈਂ ਲਾਹੌਰ ਵਿੱਚ ਰਹਾਂਗਾ, ਤੁਹਾਡੇ ਸਾਰੇ ਹਿੱਤਾਂ ਦੀ ਰਾਖੀ ਕਰਾਂਗਾ। ਅਗਲਾ ਭਾਗ, ਤੇਲ ਦੀ ਧਾਰ। ਧੰਨਵਾਦ।